ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਤਨ ਸੋਏ ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਨ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਲੜੀਵਾਰ ਕਥਾ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਪ੍ਰਸੰਗ ਹੈ ਦੂਸਰੀ ਉਦਾਸੀ ਦੇ ਵਿੱਚ 9 ਖੰਡਾਂ ਦਾ 4 ਚੱਕਾਂ ਦਾ ਇਸ ਪ੍ਰਿਥਵੀ ਦਾ ਭਰਮਣ ਕਰਦਿਆਂ ਸਤਿਗੁਰੂ ਜੀ ਧਰਤ ਲੁਕਾਈ ਨੂੰ ਸੋਧ ਰਹੇ ਹਨ। ਵੱਖ-ਵੱਖ ਥਾਵਾਂ ਤੇ ਜਾ ਕੇ ਸਤਿਗੁਰੂ ਜੀ ਨੇ
ਜਾਂ ਤਾਂ ਉਹ ਲੋਕ ਜਿਹੜੇ ਧਰਮ ਦੇ ਨਾਂ ਤੇ ਕਰਮ ਕਰਦੇ ਸੀ, ਪਰ ਉਹ ਜਿਹੜੇ ਕਰਮ ਸਨ ਉਹ ਫੋਕਟ ਸਨ। ਅੱਜ ਵੀ ਤੁਸੀਂ ਵੇਖੋਗੇ ਕਈ ਬੱਚੇ ਪੜ੍ਹਦੇ ਨੇ, ਉਹ ਪੜ੍ਹਾਈ ਉਹਨਾਂ ਸਬਜੈਕਟਾਂ ਵਿੱਚ ਕਰਦੇ ਨੇ ਜਿੱਥੇ ਨਾ ਨੌਕਰੀ ਨਾ ਕੋਈ ਕੰਮ ਧੰਦਾ। ਉਹ ਆਪਣੇ ਆਪ ਨਾਲ ਵੀ ਧੋਖਾ ਕਰਦੇ ਨੇ, ਮਾਂ ਪਿਓ ਨਾਲ ਵੀ ਧੋਖਾ ਕਰਦੇ ਨੇ। ਇਸੇ ਤਰ੍ਹਾਂ ਧਰਮ ਦੇ ਨਾਂ ਤੇ ਵੀ ਜਿਹੜੇ ਕਰਮ ਕੀਤੇ ਜਾਂਦੇ ਨੇ, ਬਹੁਤੇ ਕਰਮ ਉਹ ਨੇ ਜਿਨ੍ਹਾਂ ਕਰਮਾਂ ਦਾ ਕੋਈ ਪੁੰਨ ਫਲ ਨਹੀਂ ਹੈਗਾ। ਧਰਮ ਕਰਮ ਪਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਇੱਕ ਨਿਮਕ ਮਾਤਰ ਸਮਾਂ ਵੀ ਜਿਹੜਾ ਹੈ ਉਹ ਪਰਮੇਸ਼ਰ ਦੀ ਭਗਤੀ ਕੀਤੀ ਜਾਏ ਤੇ ਸਫਲ ਹੈ, ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਾਰਾ ਹੀ ਨਿਸਫਲ ਹੈ, ਵਿਅਰਥ ਹੈ। ਜਾਂ ਸਤਿਗੁਰੂ ਉਹਨਾਂ ਵੱਲ ਗਏ ਜਾਂ ਜਿਹੜੇ ਬਿਲਕੁਲ ਨਾਸਤਕ ਸਨ, ਜਿਹੜੇ ਮੰਨਦੇ ਹੀ ਨਹੀਂ ਸੀ ਰੱਬ ਨੂੰ, ਸਤਿਗੁਰੂ ਉਹਨਾਂ ਵੱਲ ਗਏ। तो ऐसा ही एक देश है जिथे सतगुरु जी जा रहे ने, जंगल ही जंगल है। भाई मरदाना जी ने पूछा भी है कि महाराज ना इथे कोई बंदा ना बंदे दी जाति। सतगुरु जी ने फिर उथे शब्द उचारिया सी, आसा घर चौथा महला पहला। ਆਪਾਂ ਇਸ ਲੜੀਵਾਰ ਕਥਾ ਨਾਲ ਜੁੜਨਾ ਹੈ, ਪਰ ਪਹਿਲਾਂ ਜੋ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਔਰ ਇਸ ਮਹੀਨੇ ਦੇ ਪਰਥਾਏ ਜੋ ਉਪਦੇਸ਼ ਪੰਜਵੇਂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਂਝ ਰਾਗ ਵਿੱਚ 12 ਮਹਾਬਾਣੀ ਦੇ ਵਿੱਚ ਬਖਸ਼ਿਸ਼ ਕੀਤਾ, ਜਿਹਦਾ ਪਾਠ ਹੁਣੇ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸੁਣਿਆ, ਸਰਵਣ ਕੀਤਾ। ਆਪਾਂ ਉਸ ਦੀ ਵਿਚਾਰ ਨੂੰ ਦ੍ਰਿੜ ਕਰੀਏ ਕਿ ਅੱਜ ਕੋਵਿਡ ਵੀ ਹੈ, ਕਰਫਿਊ ਵੀ ਹੈ, पर फिर भी संगत आई है। ठीक है, थोड़ी आई है, पर आम दिनां नालों फिर भी बहुत सी। किते ना किते साडे मनां ते एक प्रभाव जरूर है कि अज संगरांद है, अज गुरुद्वारे जावांगे, अज इशनान करांगे, अज पाठ करांगे, अज दान करांगे, अज गुरुद्वारे रसद देवांगे ਤੇ ਉਹਦਾ ਪੁੰਨ ਫਲ ਜਿਹੜਾ ਉਹ ਜ਼ਿਆਦਾ ਹੋਏਗਾ। ਔਰ ਇਹ ਗੱਲਾਂ ਕੀਤੀਆਂ ਵੀ ਜਾਂਦੀਆਂ ਨੇ। ਵੈਸੇ ਵੀ ਜਿਸ ਵਪਾਰ ਦੀ ਦੁਨੀਆ ਦੇ ਵਿੱਚ ਅਸੀਂ ਇਸ ਮਟੀਰੀਅਲਵਾਦ ਦੇ ਵਿੱਚ ਅਸੀਂ ਰਹਿੰਦੇ ਹਾਂ, ਕੋਈ ਨਾ ਕੋਈ ਸਕੀਮਾਂ ਚੱਲਦੀਆਂ ਰਹਿੰਦੀਆਂ ਨੇ। ਕੋਈ ਗੁੱਡ ਫਰਾਈਡੇ ਆ ਗਿਆ, ਕੋਈ ਮਦਰ ਡੇ ਆ ਗਿਆ, ਕੋਈ ਇਹ ਆ ਗਿਆ, ਕੋਈ ਉਹ ਆ ਗਿਆ, ਕੋਈ ਦੀਵਾਲੀ ਬੰਪਰ ਆ ਗਿਆ, ਸਕੀਮਾਂ ਨਿਕਲਦੀਆਂ ਰਹਿੰਦੀਆਂ ਨੇ, ਅਸੀਂ ਵੀ ਕੱਢਦੇ ਰਹਿੰਦੇ ਹਾਂ ਕਿ ਅੱਜ ਇੰਜ ਕਰੋਗੇ ਤੇ ਇੰਜ ਹੋਏਗਾ, ਕੱਲ ਇੰਜ ਨਹੀਂ ਕਰੋਗੇ ਤੇ ਇੰਜ ਹੋਏਗਾ। ਤਾਂ ਇਹ ਸਾਡੇ ਵਿੱਚ ਵੀ ਹੈਗਾ ਕਿ ਸੰਗਰਾਂਦ ਵਾਲੇ ਦਿਨ ਕਰਾਂਗੇ ਤੇ ਜ਼ਿਆਦਾ ਹੋਏਗਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਿੱਖ ਦੀ ਰੋਜ਼ ਸੰਗਰਾਂਦ ਹੈ, ਕਿਉਂਕਿ ਰੋਜ਼ ਹੀ ਇਸ਼ਨਾਨ ਕਰਦਾ, ਉਹ ਰੋਜ਼ ਹੀ ਪਾਠ ਕਰਦਾ, ਉਹ ਰੋਜ਼ ਹੀ ਗੁਰਦੁਆਰੇ ਜਾਂਦਾ, ਉਹ ਰੋਜ਼ ਹੀ ਮੱਥਾ ਟੇਕਦਾ ਮਹਾਰਾਜ ਨੂੰ, ਉਹ ਰੋਜ਼ ਹੀ ਸੰਗਤ ਕਰਦਾ, ਉਹ ਰੋਜ਼ ਹੀ ਬਾਣੀ ਸੁਣਦਾ। ਹਾਂ, ਜਿਹੜੇ ਕਦੇ ਕਦਾਈ ਆਉਂਦੇ ਨੇ ਉਹਨਾਂ ਲਈ ਠੀਕ ਹੈ, ਇਹ ਗੱਲ ਗੁਰਬਾਣੀ 'ਚ ਦਰਜ ਹੈ
ਕਿ ਵਾਰ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਫਿਰ ਤੇ ਉਹ ਘੜੀ ਠੀਕ ਹੈ, ਉਹ ਦਿਨ ਵੀ ਠੀਕ, ਫਿਰ ਤੇ ਉਹ ਘੜੀ ਠੀਕ ਹੈ, ਉਹ ਦਿਨ ਵੀ ਠੀਕ ਹੈ। ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ, ਚਲੋ ਮਹੀਨੇ ਬਾਅਦ ਹੀ ਸਹੀ, ਪਰ ਜਿਨੇ ਰੋਜ਼ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਉਹਦੀ ਰੋਜ਼ ਸੰਗਰਾਂਦ ਹੈ। ਤੁਸੀਂ ਵੇਖਿਆ ਹੋਣਾ ਕਈਆਂ ਨੂੰ ਨਵੇਂ ਕੱਪੜੇ ਵਿਆਹ ਸ਼ਾਦੀ ਤੇ ਹੀ ਮਿਲਦੇ ਨੇ, ਉਹਨਾਂ ਲਈ ਤੇ ਵਿਆਹ ਸ਼ਾਦੀ ਖਾਸ ਤਿਉਹਾਰ ਹੈ, ਤੇ ਜਿਨ੍ਹਾਂ ਨੇ ਰੋਜ਼ ਨਵੇਂ ਕੱਪੜੇ ਪਾਉਣੇ ਨੇ, ਰੋਜ਼ ਚੰਗਾ ਚੋਖਾ ਖਾਣਾ ਹੈ, ਉਹ ਤੇ ਰਹਿੰਦੇ ਵਿਆਹ ਵਰਗੇ ਮਾਹੌਲ ਵਿੱਚ ਨੇ। ਗੁਰੂ ਦੀ ਜਿਹੜੀ ਮੱਤ ਹੈ ਉਹ ਸਾਨੂੰ ਇੱਕ ਗੱਲ ਦੇ ਲਈ ਸੁਚੇਤ ਕਰਦੀ ਹੈ। ਇਹ ਨਹੀਂ ਕਿ ਤੁਸੀਂ ਅੱਜ ਆਏ ਹੋ ਤੇ ਗਲਤ ਆਏ ਹੋ, ਨਹੀਂ, ਗਲਤ ਨਹੀਂ ਆਏ, ਪਰ ਸਾਨੂੰ ਇੱਕ ਗੱਲ ਕਹਿ ਕੇ ਸੁਚੇਤ ਕਰਦੀ ਹੈ ਕਿ ਕਾਮ ਪਰੇ ਜੋ ਸਿਮਰੀ ਹੈ ਐਸਾ ਸਿਮਰੋ ਨਿਤ। ਕਿ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਕੁਝ ਵੱਧ ਹੋਏਗਾ, ਤੇ ਜੇ ਇਹ ਕੰਮ ਤੁਸੀਂ ਰੋਜ਼ ਕਰੋ ਤੇ ਵਾਧਾ ਰੋਜ਼ ਨਹੀਂ ਹੋਏਗਾ। ਅਗਰ ਅੱਜ ਕੀਤਿਆਂ ਕੁਝ ਵੱਧ ਹੋਏਗਾ ਤੇ ਇਹ ਐਕਸਰਸਾਈਜ਼ ਕੱਲ ਫਿਰ ਕਰੋ, ਕੱਲ ਫਿਰ ਵੱਧ ਹੋਏਗਾ, ਪਰਸੋਂ ਫਿਰ ਕਰੋ ਫਿਰ ਵੱਧ ਹੋਏਗਾ, ਚੌਥ ਫਿਰ ਕਰੋ ਫਿਰ ਵੱਧ ਹੋਏਗਾ। ਗੁਰੂ ਦੀ ਮਰਿਆਦਾ ਬਾਣੀ ਇਹ ਦੱਸਦੀ ਹੈ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਸ ਵਿਅਕਤੀ ਨੇ ਵੀ ਪਰਮੇਸ਼ਰ ਨੂੰ ਸਿਮਰਿਆ ਉਹਦੇ ਕੰਮ ਸਿੱਧੇ ਹੋ ਗਏ। ਫੋਕਟ ਕਰਮ ਨਹੀਂ ਕਰਨੇ ਚਾਹੀਦੇ। ਤੋ ਅੱਜ ਕਿਤੇ ਨਾ ਕਿਤੇ ਸਾਡੇ ਦਿਲੋਂ ਦਿਮਾਗ ਦੇ ਵਿੱਚ ਇੱਕ ਵੱਖਰੀ ਗੱਲ ਜ਼ਰੂਰ ਹੈ ਕਿ ਅੱਜ ਸੰਗਰਾਂਦ ਹੈ। ਜੇ ਹੈ ਤੇ ਭਾਈ ਫਿਰ ਪੁੱਛ ਲੈਣਾ ਚਾਹੀਦਾ ਗੁਰੂ ਸਾਹਿਬ ਨੂੰ ਕਿ ਮਹਾਰਾਜ ਫਿਰ ਅੱਜ ਦਾ ਕੀ ਉਪਦੇਸ਼ ਹੈ, ਅੱਜ ਦੀ ਕੀ ਸਿੱਖਿਆ ਹੈ। ਹੁਣ ਜੇ ਕਿਤੇ ਏਦਾਂ ਸਿੱਖਣ ਲੱਗਦੇ ਤੇ ਜਿੰਨੀਆਂ ਸੰਗਰਾਂਦਾਂ ਅੱਜ ਤੱਕ ਲੰਘੀਆਂ ਨੇ ਹੁਣ ਤੱਕ ਤੇ ਬੜਾ ਫਰਕ ਪੈ ਜਾਣਾ ਸੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਸ ਪਰਿਵਾਰ ਦਾ, ਡਰਬੀ ਇੰਗਲੈਂਡ ਦੇ ਵਿੱਚ ਰਹਿੰਦਾ ਹੈ। ਡਰਬੀ ਸਿਟੀ ਹੈ, ਹਿਸਟੋਰੀਕਲ ਸਿਟੀ ਹੈ, ਬੜਾ ਪੁਰਾਣਾ, ਖਾਸ ਕਰਕੇ ਉੱਥੋਂ ਦੀ ਕਿ ਉਹ ਜਿਹੜੇ ਮਰ ਜਾਂਦੇ ਨੇ ਬੰਦੇ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਉੱਥੇ ਪ੍ਰੀਜ਼ਰਵ ਕੀਤਾ ਜਾਂਦਾ ਹੈ। ਲੋਕ ਵੇਖਣ ਵੀ ਜਾਂਦੇ ਨੇ, ਸਦੀਆਂ ਪੁਰਾਣੀਆਂ ਉੱਥੇ ਪਈਆਂ ਨੇ। ਉੱਥੇ ਇੱਕ ਪਰਿਵਾਰ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਸਾਡੇ ਤੇ ਸੰਤ ਸਾਡੇ ਦਾਦਾ ਜੀ ਸੀ। ਬਿਲਕੁਲ ਕੋਰੇ ਅਨਪੜ੍ਹ, ਤੇ ਬਾਣੀ ਉਹਨਾਂ ਨੂੰ ਬਹੁਤ ਕੰਠ ਸੀ। ਤੇ ਬਾਣੀ ਕੰਠ ਕਿਵੇਂ ਕੀਤੀ? ਸਿਰਫ ਇੱਕੋ ਗੱਲ ਸਿੱਖਿਆਦਾਇਕ ਹੈ, ਮੈਂ ਤਾਂ ਸਾਂਝੀ ਕਰ ਰਿਹਾ ਤੁਹਾਡੇ ਨਾਲ। ਕਹਿੰਦੇ ਉਹਨਾਂ ਨੇ ਘਰੋਂ ਗੱਡਾ ਜੋੜਨਾ, ਸਵੇਰੇ ਬਲਦ ਜੋੜਨੇ, ਗੁਰਦੁਆਰੇ ਜਾਣਾ, ਮੱਥਾ ਟੇਕਣਾ, ਫਿਰ ਕੰਮ ਤੇ ਜਾਣਾ। ਪਰ ਕੇਵਲ ਮੱਥਾ ਨਹੀਂ ਟੇਕਣਾ, ਗੁਰਦੁਆਰੇ ਜਾ ਕੇ ਬਾਬਾ ਜੀ ਨੂੰ ਕਹਿਣਾ ਵੀ ਬਾਬਾ ਜੀ ਅੱਜ ਦੀ ਪੰਕਤੀ ਕਿਹੜੀ ਹੈ। ਤੇ ਕਹਿੰਦੇ ਭਾਈ ਸਾਹਿਬ ਨੇ ਪਹਿਲੇ ਦਿਨ ਗਏ ਤੇ ਮੂਲ ਮੰਤਰ ਦੇਤਾ ਤੇ ਸਾਰਾ ਦਿਨ ਹੀ ਪੜ੍ਹੀ ਗਏ, ਨਾਲੇ ਹਲਵਾਈ ਗਏ, ਨਾਲੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਗਲੇ ਦਿਨ ਫਿਰ ਗਏ, ਕਹਿੰਦੇ ਜੀ ਅੱਜ ਦੀ ਪੰਕਤੀ ਕਿਹੜੀ ਹੈ। ਹੁਣ ਅੱਜ ਦੀ ਪੰਕਤੀ ਉਹਨਾਂ ਨੇ ਅਗਲੀ ਪੰਕਤੀ ਦੱਸਦੀ ਕਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਕਹਿੰਦੇ ਹੁਣ ਇਹ ਦੋ ਪੰਕਤੀਆਂ ਸਾਰਾ ਦਿਨ ਹੀ ਪੜ੍ਹਦੇ ਰਹੇ। ਤੀਜੇ ਦਿਨ ਫਿਰ ਗਏ, ਕਹਿੰਦੇ ਜੀ ਅੱਜ ਦੀ ਪੰਕਤੀ ਕਿਹੜੀ ਹੈ। ਉਹਨਾਂ ਨੇ ਅਗਲੀ ਪੰਕਤੀ ਸੁਣਾ ਦਿੱਤੀ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਹੁਣ ਇਹ ਤਿੰਨ ਪੰਕਤੀਆਂ ਸਾਰਾ ਦਿਨ ਹੀ ਪੜ੍ਹਦੇ ਰਹੇ। ਕਹਿੰਦੇ ਕਰਦਿਆਂ ਕਰਦਿਆਂ ਸਾਰਾ ਹੀ ਨਿਤਨੇਮ ਸੁਖਮਨੀ ਸਾਹਿਬ ਕਈ ਬਾਣੀਆਂ ਹੀ ਚੇਤੇ ਕਰ ਲਈਆਂ। ਵੀ ਜੇ ਆਪਾਂ ਅੱਜ ਹੀ ਪੁੱਛ ਲਈਏ ਵੀ ਮਹਾਰਾਜ ਅੱਜ ਦੀ ਸੰਗਰਾਂਦ ਦਾ ਉਪਦੇਸ਼ ਕੀ ਹੈ,
ਅਗਲੀ ਸੰਗਰਾਂਦ ਤੇ ਫਿਰ ਪੁੱਛ ਲਈਏ, ਉਦੋਂ ਅਗਲੀ ਸੰਗਰਾਂਦ ਤੇ ਫਿਰ ਪੁੱਛ ਲਈਏ। ਮਹੀਨੇ 'ਚ 12 ਉਪਦੇਸ਼ ਇਕੱਠੇ ਹੋ ਸਕਦੇ ਨੇ ਸਾਲ ਵਿੱਚ। ਇੱਕ ਮੁਸਲਮਾਨ ਮੌਲਵੀ ਨੂੰ ਮੈਂ ਬੋਲਦਿਆਂ ਸੁਣਿਆ, ਬੜੀ ਕਮਾਲ ਦੀ ਉਹਨੇ ਗੱਲ ਕੀਤੀ। ਕਹਿੰਦਾ ਮੇਰੇ ਕੋਲ ਇੱਕ ਮੁਸਲਮਾਨ ਆਇਆ, ਉਹ ਕਹਿੰਦਾ ਜੀ ਮੈਂ ਬੜੇ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਮੈਂ ਉੱਥੇ ਵਿਜ਼ਿਟ ਕੀਤਾ ਹੈ, ਵੱਡੀਆਂ ਵੱਡੀਆਂ ਮਸਜਿਦਾਂ ਤੇ ਵੀ ਮੈਂ ਗਿਆ, ਪਰ ਹਰ ਥਾਂ ਤੇ ਮੈਨੂੰ ਕੋਈ ਨਾ ਕੋਈ ਗਲਤੀ ਜ਼ਰੂਰ ਮਿਲੀ ਹੈ ਤੇ ਮੈਂ ਆਪਣੇ ਕੋਲ ਨੋਟ ਵੀ ਕੀਤੀ ਹੈ। ਕਹਿੰਦੇ ਮੈਂ ਫਿਰ ਉਸ ਬੰਦੇ ਨੂੰ ਕਿਹਾ ਵੀ ਮੂਰਖਾ, ਵੀ ਤੂੰ ਜਿਹੜੀ ਮਸਜਿਦ ਵਿੱਚ ਗਿਓ, ਜਿਹੜੇ ਧਰਮ ਸਥਾਨ ਤੇ ਗਿਓ, ਉਥੋਂ ਇੱਕ ਮਾੜੀ ਗੱਲ ਲੱਭ ਕੇ ਤੂੰ ਡਾਇਰੀ ਵਿੱਚ ਨੋਟ ਕੀਤੀ, ਤੇ ਜੇ ਇਹਦੀ ਜਗ੍ਹਾ ਤੂੰ ਇੱਕ ਇੱਕ ਚੰਗੀ ਗੱਲ ਨੋਟ ਕਰ ਦੋ ਤੇ ਅੱਜ ਤੇਰੇ ਕੋਲ ਗ੍ਰੰਥ ਬਣ ਜਾਂਦਾ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਮਾੜੀਆਂ ਗੱਲਾਂ ਸਭ ਦੀਆਂ ਨੋਟ ਕਰ ਲਈਆਂ। ਅਮਕੇ ਗਿਆਨੀ 'ਚ ਇਹ ਨੁਕਸ ਹੈ, ਅਮਕੇ ਪ੍ਰਬੰਧਕ ਵਿੱਚ ਇਹ ਨੁਕਸ ਹੈ, ਅਮਕੇ ਰਾਗੀ ਸਿੰਘ ਵਿੱਚ ਇਹ ਨੁਕਸ ਹੈ, ਅਮਕੇ ਪ੍ਰਚਾਰਕ ਵਿੱਚ ਇਹ ਨੁਕਸ ਹੈ। ਵੀ ਕਿਸੇ 'ਚ ਕੋਈ ਚੰਗੀ ਗੱਲ ਵੀ ਹੋਏਗੀ, ਐਸੀ ਗੱਲ ਤੇ ਨਹੀਂ ਵੀ ਸਾਰਿਆਂ 'ਚ ਸਾਰੀਆਂ ਹੀ ਮਾੜੀਆਂ ਗੱਲਾਂ ਨੇ। ਜੇ ਕਿਤੇ ਚੰਗੀਆਂ ਗੱਲਾਂ ਦੀ ਕਲੈਕਸ਼ਨ ਕਰਦੇ ਤੇ ਸ਼ਾਇਦ ਅੱਜ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਂਦੇ। ਤੋ ਅੱਜ ਪੁੱਛੀਏ ਆਪਾਂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੂੰ, ਉਹ ਬੇਨਤੀ ਕਰੀਏ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ। ਅਸੀਂ ਤੇ ਅੱਜ ਸਵੇਰੇ ਉੱਠ ਕੇ ਇਸ਼ਨਾਨ ਵੀ ਕਰ ਲਿਆ ਤੇ ਥੋੜਾ ਬਹੁਤਾ ਅਸੀਂ ਲੌਸ ਵੀ ਕਰ ਲਿਆ, ਤੇਰਾ ਪ੍ਰਸ਼ਾਦ ਵੀ ਕਰਾਇਆ ਹੈ, ਕੁਝ ਬੱਸ ਵਾਲਿਆਂ ਨੇ ਲੈ ਲਏ, ਕੁਝ ਮੱਥਾ ਟੇਕ ਲਿਆ, ਕੁਝ ਰਾਗੀ ਸਿੰਘਾਂ ਨੂੰ ਵੀ ਪੈਸੇ ਦਿੱਤੇ ਨੇ, ਰੁਪਈਆ 150 ਵੀ ਖੁੱਲ ਗਿਆ। ਤੇ ਮਹਾਰਾਜ ਦੱਸੋ ਤੇ ਸਹੀ ਵੀ ਅੱਜ ਦਾ ਉਪਦੇਸ਼ ਕੀ ਹੈ, ਅੱਜ ਕੀ ਸਿੱਖਿਆ ਹੈ? ਤੋ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਿਰਪਾ ਕਰਦੇ ਨੇ। ਹਾਂਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਜੇਠ ਹੈ ਇਹ ਮਹੀਨੇ ਦਾ ਨਾਂ ਹੈ। ਅੰਗਰੇਜ਼ੀ ਵਿੱਚ ਜਾਓਗੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ। ਬਿਕਰਮੀ ਵਿੱਚ ਜਾਓਗੇ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦਰੋਂ, ਅੱਸੂ, ਕੱਤਕ, ਇਹ ਮਹੀਨੇ ਆਉਣਗੇ। ਹੁਣ ਜਨਵਰੀ ਇੱਕ ਨਾਮ ਹੈ। ਹੁਣ ਜਿਵੇਂ ਐਤਵਾਰ ਹੈ, ਸੋਮਵਾਰ ਹੈ, ਮੰਗਲਵਾਰ ਹੈ, ਬੁੱਧਵਾਰ ਹੈ, ਕੀ ਹੈ? ਇਹ ਨਾਮ ਨੇ। ਹੁਣ ਕਈਆਂ ਨੂੰ ਏਦਾਂ ਲੱਗਦਾ ਵੀ ਨਹੀਂ ਵੀਰਵਾਰ ਠੀਕ ਨਹੀਂ ਹੈਗਾ। ਨਹੀਂ, ਵੀਰਵਾਰ ਠੀਕ ਹੈਗਾ ਤੇ ਤੁਸੀਂ ਥਰਸਡੇ ਕਹਿ ਦਿਓ। ਵੀਰਵਾਰ ਨਾਲ ਹੀ ਪ੍ਰੋਬਲਮ ਹੈ ਨਾ। ਜਿਵੇਂ ਜੀ ਉਹ ਸ਼ਨੀਵਾਰ ਹੈ, ਸ਼ਨੀਵਾਰ ਤੋਂ ਜੀ ਉਹ ਸ਼ਨੀ ਦੇਵਤਾ ਆ ਜਾਏਗਾ ਜੀ, ਫਿਰ ਤੇਲ ਦੇਣਾ ਪੈਗਾ ਜੀ, ਤੇ ਤੁਸੀਂ ਕੋਈ ਸੈਚਰਡੇ, ਤਾਂ ਕੀ ਫਰਕ ਪੈਂਦਾ? ਇਹ ਨਾਮ ਨੇ। ਅਸੀਂ ਨਾਵਾਂ ਵਿੱਚ ਹੀ ਇਤਨੇ ਉਲਝ ਗਏ। ਇਹ ਮਹੀਨਾ ਚੰਗਾ ਹੈ ਜੀ, ਇਹ ਮਾੜਾ ਹੈ ਜੀ, ਇਹ ਦਿਨ ਚੰਗਾ ਹੈ ਜੀ, ਇਹ ਮਾੜਾ ਹੈ ਜੀ। ਉਦਾਂ ਹੀ ਬੈਠੇ ਬੈਠੇ ਬਾਣੀ ਉਚਾਰੀ ਜਾਂਦੇ ਆ, ਬੁੱਧ ਕੰਮ ਸੁੱਧ। ਤੇ ਪੁੱਛੋ ਜੇ ਘਰ 'ਚ ਮੌਤ ਹੋ ਜੇ ਤੇ ਕੀ ਕਹੋਗੇ? ਬਹੁਤ ਚੰਗਾ ਹੋਇਆ, ਬੁੱਧਵਾਰ ਮਰਿਆ ਬੰਦਾ। ਵੀਰਵਾਰ ਘਰ ਬੇਟਾ ਜਨਮ ਲਵੇ ਤੇ ਕੀ ਕਹੋਗੇ? ਵੀ ਨਹਿਸ਼ ਜੰਮ ਪਿਆ ਘਰ ਦੇ ਵਿੱਚ। ਵੀ ਜੇ ਇਹਨੇ ਜੰਮਣਾ ਹੀ ਸੀ ਤੇ ਫਿਰ ਵੀਰਵਾਰ ਕਿਉਂ ਜੰਮਿਆ? ਇਹ ਗੱਲਾਂ ਉਹ ਗੱਲਾਂ ਨੇ ਜਿਨ੍ਹਾਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਹੈਗਾ। ਇਸ ਕਰਕੇ ਮੈਂ ਤਾਂ ਥੋੜੀ ਜੀ ਕਥਾ ਰੋਕ ਕੇ ਬੇਨਤੀ ਕੀਤੀ। ਜੇਠ ਤੋਂ ਭਾਵ ਕੀ ਹੈ? ਸਿਰਫ ਇੱਕ ਨਾਮ ਹੈ। ਪਰ ਜੇਠ ਦੀ ਇੱਕ ਸੈਂਸ ਹੈ। ਉਹ ਕੀ ਹੈ ਕਿ ਜੇਠ ਵੱਡੇ ਨੂੰ ਕਹਿੰਦੇ ਨੇ। ਮੈਂ ਤਾਂ ਸਵੇਰੇ ਵੀ ਬੇਨਤੀ ਕੀਤੀ ਵੀ ਅੱਜ ਦੀ ਤਰੀਕ 'ਚ ਤੇ ਕੋਈ ਭੁਲੇਖਾ ਨਹੀਂ ਹੈ। ਕਿਸੇ ਵਿਆਹੀ ਬੱਚੀ ਨੂੰ ਪੁੱਛ ਲਓ ਕਿ ਜੇਠ ਕਿਹਨੂੰ ਕਹਿੰਦੇ ਨੇ, ਤਾਂ ਕਹੇਗੀ ਮੇਰੇ ਘਰ ਵਾਲਾ ਵੀ ਜੇਠ ਹੈ, ਕਿਉਂਕਿ ਮੇਰੀ ਇੱਕ ਦੁਰਾਣੀ ਹੈ। ਅੱਜ ਆਮ ਬੱਚੀ ਤੁਹਾਨੂੰ ਦੱਸ ਦੇਗੀ
कि मेरे अपने घर में जेठ है, मेरे पति देव का वड्डा भरा जिहड़ा है वो मेरा जेठ है, पर मेरा ख्याल 20 सालों बाद जेठ का भोग पै जाएगा, क्योंकि कल्ले कल्ले हैगे ने ते की लड़की कहेगी भी कौन देर है तो कौन जेठ है, ये शब्द ही खत्म हो जाना है। पर अज की तरीक विच ये गल पता है सानू कि जेठ किनू कहंदे ने, अपने पति दे वड्डे भरा नू जेठ कहंदे। जेठ का अर्थ हुंदा जिहड़ा वड्डा होवे। शायद तुहानू पता होवे गुरु रामदास जी का नाम भाई जेठा जी सी, इस करके सी भी वो घर विच पहले बच्चे सी, वड्डे सी। जिहड़ा घर विच वड्डा होवे उहनू जेठ कहंदे ने। सतगुरु ने इत्थे दर्ज किया है कि जे जेठ दे अर्थ वड्डे तो करो तो फिर ये चेता रखना कि हर जेठ हरि तो वड्डा जेठ कोई नहीं है, रब तो वड्डा कोई नहीं है। हाँ ये ठीक है कि सुन वड्डा, करो कृपा, सुन वड्डा आखे सब कोई, कदे इदा पाठ करया करो। सुन वड्डा आखे सब कोई, केवड़ वड्डा डीठा होए, कीमत पाए ना कहया जाए। ना तुहानू पता लगा ना मैनू पता लगा। एक वेला सी भाई लाल जी कीर्तन ही इदा करते सी, भाई मरदाने जी दे वंशज, उन्होंने तरीका ही ये सीगा, रामदास सरोवर नहाते उथे ते सतगुर नानक प्रगटिया इथे। आपे गल स्पष्ट होगी। उन्होंने शब्द की है, सुन वड्डा आख्या सब कोई। सुनिया सुनाइया गल्लां सारी दुनिया करी जाती है, तुसी भी कहता वड्डा, मैं भी कहता वड्डा, पर केवड़ वड्डा किन्ना वड्डा, किवें वड्डा, डीठा होए। ये तो भाई कोई वेखेगा तो पता लगेगा, नहीं तो की है, झूठ ही है। तुसी भी कहता, मैं भी कहता, सब ने कहता, तो जे पूछा जाए भी किवें वड्डा है, क्यों वड्डा है, तो ना तुहानू पता है ना मैनू पता है। मैं सवेरे भी बेनती की सी कि मेरे वर्गा चलाक पुजारी सी, तो उन्होंने लगा भी भोला भाला श्रद्धालु आया है मंदिर विच। उन्हें जदों देवतियां दी मूर्ति अगे रुपया रख के मत्था टेकिया तो कहन लगा भी चंगी गल है भाई, देवते 33 करोड़ ते भेटा 1 रुपया। हुण पुजारी नूं ये नहीं सी पता भी ये श्रद्धालु तिर तो भी गांह दी चीज है। वो कहता पंडित जी गल ही कोई नहीं, पंडित जी गल ही कोई नहीं, अगर देवते 33 करोड़ ने तो तुसी एक एक का नाम दसी जाओ, मैं रुपया रुपया मत्था टेकी जाना। हुण पंडित इधर उधर वेखे, हुण उहनूं किहड़ा 33 करोड़ ना आउंदे ने। बस एक ही सुन वड्डा आखे सब कोई, 33 करोड़ देवी देवते ने, भी कोई बंदा तो फड़ के लियाओ धरती ते जिहड़ा ना गिण के दसे किवें है। नहीं इदा शुरलियां छड्डिया नहीं गल बननी। सतगुरु नहीं प्रवान करते, वो कहते ने सुन वड्डा आखे सब कोई, केवड़ वड्डा डीठा होए। ये तो वेखोगे तो पता लगेगा भी किड्डा क वड्डा है ते किवें वड्डा है। अगली गल कीमत पाए ना कहया जाए, वो इस करके वड्डा है भी ओदी कोई मुल कीमत ओदी वैल्यू नहीं पा सकता, ओदा कोई रेट नहीं दस सकता भी इहदा रेट कितना है, ਉਹਦੇ बारे कोई कुछ कह ही नहीं सकता, किसी को शब्द नहीं है। ਉਹਦੇ ਲਈ कहना पै गया कि नो वर्ड, कोई अखर
कीमत पाए। कीमत का अर्थ की है? ਉਹਦੀ वैल्यू पाउणी, ਉਹਦਾ ਮੁੱਲ ਪਾਉਣਾ। नहीं, मुੱਲ पाया ही नहीं जा सकता। फिर ਉਹਨੂੰ ਕਿਹਾ भी नहीं जा सकता। किसी बंदे की गिठ लंबी जबान की, 2 गिठ लंबी भी होवे, रब दे बारे कोई कुछ नहीं कह सकता। जिन्ना कहोगे उन्ना थोड़ा है। असंख कहे सिर भार होए, अजे भी तुहाडे सिर दोष आएगा, क्योंकि तुहाडे कोलों ओहदी सिफत पूरी नहीं हो सकी। क्यों? तू सुल्तान, तू तो राजा है। कहाँ हो मियाँ, मैं तेनों मुनशी कह कह के बोली जाना। ये रब ही है जिहड़ा बर्दाश्त करदा, असीं नहीं करदे। हुण किसी SHO नूं जाके कह दिओ भी तुसीं थाणेदार हो जी, उदन दी चाह ते गई थोड़ी। वो कहेगा भी मसा मैं थाणे दा मालक बनिया ते मैनूं ASI समझी जाता है। वधा के कह दो तो गल ठीक है। कोई मैंने एक सज्जन गल सुना रहा सी, वो बड़ी उन्हें तरीके नाल गल कीती। कहंदा मैं किसी स्टेट विच जाना सी, उत्थे कोई प्रॉब्लम सी, ते कहंदा मैं क्या भी जे रस्ते च पुलिस रोके ते, कहंदे बड़ी पुरानी गल। कहंदा उन्हें मैनूं कहा भी तू 50 रुपये कढ के रखी, ये नहीं वेखना भी सामने खड़ा कौन है। कहना दरोगा जी आ लो। कहते जो सिपाही नूं दरोगा कहोगे तो उदों ही टपा देगा, कहोगे चल शुक्र किसी ने वड्डा ते कहा मैनूं। देखो वड्डा कहण नाल ते गल बन जाएगी, पर किसी नूं घटा के कहोगे तो गुस्सा करेगा। तू सुल्तान कहाँ हो मियाँ, तेरी कमण वड्डाई। तुसी राजे नूं मुनशी कहोगे तो फिर उहदी वड्याई थोड़ा है, वो फिर गुस्सा तो करेगा भाई। इस करके चेता रखना, हर जेठ, हर जेड़ा है रब जेड़ा है वो वड्डा है। जदों जेठ कहो सुभावक है, क्योंकि साडी लाइफ का बहुत नेड़े का यह शब्द है। हर घर विच जेठ है। जिहड़ा घर च वड्डा भरा है, वो जिन्ने छोटे भरा ने उन्हां दीयां जिहड़ियां पत्नियां ने उन्हां दा जेठ लगदा है। हुण ते रिश्ते असीं खत्म कर रहे हैं ना, हुण ते काम ही सौखा हो गया भी अंकल, तो समझ भी नहीं आउंदी भी इहदे अर्थ की ने अंकल दे। मैं आप जी नूं हथ जोड़ा भी ठीक है अंग्रेजी जरूर सीखो, पर अपनी विरासत ना छड्डो। अगर इस गल विच तुसीं चले गए ना तो नुकसान हो जाएगा। कोई मेरे वर्गा गया किसी दे घर, रक्शे ते बह के, जिवें ही रक्शे तो उतरिया न्याणिਆਂ ने रौला पाता, अंकल आया अंकल आया अंकल आया। कहंदा बई शहरां दा फर्क ते बड़ा है, पिंडां ते शहरां दा फर्क ते है। तो अंकल दे चाह दे विच रक्शे वाले नूं पैसे देने भुल गया। रक्शे वाला खलोता रहे, उन्हें सोचा भी शायद खुले नहीं होने, मुड़ के आके दऊगा। वो जाके अंदर चाह पानी पीन लग गया। अखीर रक्शे वाला ने वो भी तुरया अंदर नूं। जदों रक्शे वाला तुरया, न्याणे ने फिर रौला पाता, अंकल आया अंकल आया। हुण वो अंकल कदे रक्शे वाले वाल वेखे ते कदे बच्चों वाल वेखे भी हुण की बनिया। अगर इदां दे शब्द रखोगे तो फिर इदां ही होएगा। ना ये पता लगे भी अंकल दे अर्थ की ने। बहुत नेड़े का शब्द सी जेठ, जिसका अर्थ सी वड्डा, घर विच वड्डा। सतगुरु कहंदे ने घर विच जिवें वड्डे नूं जेठ कहंदे ने, इवें चेता रखना कि दुनिया दे विच सब तो वड्डा जेठ जिहड़ा है वो हरि है, जिस अगे सब निवन, सारी दुनिया उन्होंने मत्था टेक दीजे, सारे उन्होंने नमस्कार करते हैं, सब ओदियां नमाज़ां पढ़ते हैं, ओदे रोजे रखते हैं।
ਇਹ ਸਾਰੇ ਜਾਪ ਉਸੇ ਦੀ ਹੋ ਰਹੇ ਨੇ। ਇਹ ਜਿੰਨੇ ਪੰਖੇਰੂ ਬੋਲਦੇ ਨੇ, ਭਾਈ ਵੀਰ ਸਿੰਘ ਨੇ ਬਕਾਇਦਾ ਧੁਨੀ ਕੱਢ ਕੇ ਦੱਸੀ ਹੈ। ਬੜੀਆਂ ਥਾਵਾਂ ਤੋਂ ਸੰਗੀਤ ਦੀ ਆਵਾਜ਼ ਕੱਢ ਕੇ ਉਹਨਾਂ ਦੱਸੀ ਹੈ ਕਿ ਸਭ ਰੱਬ ਨੂੰ ਹੀ ਗਾਉਂਦੇ ਨੇ ਭਾਈ, ਸਭ ਉਹਦੀ ਵਡਿਆਈ ਕਰਦੇ ਨੇ। ਇਸ ਕਰਕੇ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ। ਜਦੋਂ ਵੀ ਕੁਝ ਮੰਗਣਾ ਹੈ, ਜਦੋਂ ਵੀ ਹੱਥ ਜੋੜਨੇ ਨੇ, ਜਦੋਂ ਵੀ ਜਾ ਕੇ ਨਮਸਕਾਰ ਕਰਨੀ ਹੈ, ਤੇ ਪਹਿਲਾਂ ਪਤਾ ਕਰ ਲੈਣਾ ਵੀ ਇਹੋ ਹੀ ਹਰੀ ਜੇਠ ਹੈ, ਸਭ ਤੋਂ ਵੱਡਾ ਰੱਬ ਇਹੋ ਹੀ ਹੈ। ਸਾਨੂੰ ਬਿਲਕੁਲ ਸਪਸ਼ਟ ਹੁਕਮ ਹੈ, ਪੂਜਾ ਅਕਾਲ ਕੀ ਕਰਨੀ ਹੈ, ਬਾਕੀ ਕਿਸੇ ਦੀ ਨਹੀਂ ਕਰਨੀ। ਹਾਂਜੀ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰੀ ਤੁਹਾਡਾ ਸੱਜਣ ਹੈ, ਉਹ ਤੁਹਾਡਾ ਮਿੱਤਰ ਹੈ, ਉਹ ਵੱਡਾ ਵੀ ਹੈ, ਜੇਠ ਹੈ। ਦੂਜਾ ਉਹ ਸੱਜਣ ਹੈ, ਤੁਹਾਡਾ ਦੁਸ਼ਮਣ ਨਹੀਂ ਹੈ। ਪਹਿਲੀ ਗੱਲ ਤੇ ਸਾਨੂੰ ਇਹ ਨਹੀਂ ਪਤਾ ਵੀ ਸੱਜਣ ਕੌਣ ਹੈ ਤੇ ਦੁਸ਼ਮਣ ਕੌਣ ਹੈ, ਸਾਨੂੰ ਇਹਦੀ ਪਰਿਭਾਸ਼ਾ ਨਹੀਂ ਪਤਾ। ਸੱਜਣ ਉਹ ਹੁੰਦਾ ਜਿਹੜਾ ਤੁਹਾਡੇ ਨਾਲ ਰਹਿੰਦਾ ਹੈ, ਹਰ ਦੁੱਖ ਸੁੱਖ ਦਾ ਭਾਈਵਾਲ, ਉਹ ਸੱਜਣ ਹੈ। ਤੇ ਰੱਬ ਤੋਂ ਵੱਡਾ ਸੱਜਣ ਕੋਈ ਵੀ ਨਹੀਂ ਹੈ। ਉਹ ਹਰੀ ਜੇਠ ਜਿਹੜਾ ਹੈ ਉਹ ਤੁਹਾਡਾ ਸੱਜਣ ਹੈ। ਜੇ ਉਸ ਸੱਜਣ ਦਾ ਪੱਲਾ ਪਕੜੋਗੇ, ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਫਿਰ ਕੋਈ ਬੰਦਿਸ਼, ਕੋਈ ਰੁਕਾਵਟ, ਕੋਈ ਵਿਘਨ, ਕੋਈ ਤੁਹਾਡੇ ਜੀਵਨ ਦੇ ਵਿੱਚ ਦੁੱਖ ਪਰਮਾਤਮਾ ਕਦੇ ਨਹੀਂ ਆਉਣ ਦੇਵੇਗਾ। ਇਹ ਉਹਦੀ ਵਡਿਆਈ ਹੈ ਕਿ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਹਾਂਜੀ। ਮਾਨਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਉਸ ਹਰੀ ਜੇਠ ਦੇ, ਉਸ ਹਰ ਸੱਜਣ ਦੇ ਨਾਮ ਦੀ ਮਹਿਮਾ ਇਹ ਹੈ ਕਿ ਉਹ ਤੇ ਕੀਮਤੀ ਮੋਤੀ ਹੈ। ਜਿਵੇਂ ਪੱਥਰਾਂ ਦੀ ਬੰਦੇ ਨੇ ਕੀਮਤ ਪਾਈ ਹੈ ਨਾ, ਪਰ ਕੀਮਤ ਤੇ ਪਾ ਲਈ, ਪਰ ਹੁਣ ਉਸ ਤੋਂ ਬਾਅਦ ਖਤਰਾ ਕਿੰਨਾ ਹੋ ਗਿਆ ਕਿ ਚੋਰੀ ਨਾ ਹੋ ਜਾਣ। ਪਰ ਪਰਮੇਸ਼ਰ ਦਾ ਨਾਮ ਐਸਾ ਹੈ ਕਿ ਇਹਨੂੰ ਕੋਈ ਚੁਰਾ ਨਹੀਂ ਸਕਦਾ। ਇਹ ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਕੋਈ ਵੀ ਉਹਦੀ ਚੋਰੀ ਨਹੀਂ ਕਰ ਸਕਦਾ, ਕੋਈ ਉਸ ਨੂੰ ਚੁਰਾ ਨਹੀਂ ਸਕਦਾ। ਹਾਂਜੀ। ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ। ਰੰਗ ਸਾਰੇ ਰੱਬ ਦੇ ਨੇ। ਇਹ ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਇੱਥੇ ਰੰਗ ਦਾ ਅਰਥ ਕਲਰ ਨਾ ਕੱਢ ਲੈਣਾ, ਕਾਲਾ, ਨੀਲਾ, ਚਿੱਟਾ, ਪੀਲਾ, ਰੈੱਡ, ਬਲੈਕ, ਵਾਈਟ, ਇਹ ਨਾ ਅਰਥ ਕਰਨਾ ਇਹਦੇ। ਇਹ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਤੇ ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਰੰਗ ਤੇ ਸਾਰੇ ਹੀ ਉਹਦੇ ਨੇ, ਖੁਸ਼ੀਆਂ ਦੇ, ਗਮੀਆਂ ਦੇ, ਦੁੱਖਾਂ ਦੇ, ਸੁੱਖਾਂ ਦੇ, ਇਹ ਧੁੱਪ ਦੇ, ਛਾਂ ਦੇ, ਇਹ ਸਭ ਰੰਗ ਉਹਦੇ ਆਪਣੇ ਨੇ। ਗਰਮੀ ਦੇ, ਸਰਦੀ ਦੇ, ਸਭ ਉਹਦੇ ਆਪਣੇ ਰੰਗ ਨੇ। ਪਤਝੜ ਦੇ, ਬਸੰਤ ਦੇ, ਸਭ ਉਹਦੇ ਆਪਣੇ ਰੰਗ ਨੇ। ਔਰ ਇਹ ਵੀ ਸੱਚ ਹੈ, ਉਹ ਆਪੇ ਸਾਜੇ, ਆਪੇ ਰੰਗੇ, ਆਪੇ ਨਜ਼ਰ ਕਰੇ। ਉਹ ਸਭ ਕੁਝ ਆਪ ਹੀ ਕਰਦਾ ਹੈ, ਸਭ ਕੁਝ ਉਹਦੀ ਮੌਜ ਵਿੱਚ ਹੈ, ਉਹਦੇ ਭਾਣੇ, ਉਹਦੀ ਰਜਾ ਵਿੱਚ ਹੈ। ਹਾਂਜੀ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਰੱਬ ਚਾਹੁੰਦਾ ਹੈ ਉਹੀ ਰੱਬ ਕਰਦਾ ਹੈ। ਰੱਬ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਆਪਣੀ ਮਰਜ਼ੀ ਦਾ ਖੁਦ ਮਾਲਕ ਹੈ। ਉਹ ਆਪਣੀ ਮਰਜ਼ੀ ਦਾ ਖੁਦ ਮੁਖਤਿਆਰ ਹੈ, ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ।
उस परमात्मा की वड्डी वडियाई जां वड्डा नाम ये उहदी वडियाई है, उहदा नाम वड्डा है। वड्डी वडियाई जां सच न्याऊ ये भी उहदी वड्डी वडियाई है कि उहदा इंसाफ बहुत सच्चा है। उहदे घर विच कदे किसी नाल बेइंसाफी नहीं हुंदी। एक वडियाई उहदी है कि उहदा नाम वड्डा है, दूजी वडियाई उहदी है कि उहदा इंसाफ बिल्कुल ठीक है, उहदे घर विच किसी नूं तरफदारी नहीं हुंदी। फिर वड्डी वडियाई जां आपे आप ये भी वडियाई उहदी कि उहनूं किसी ने पैदा ही नहीं किया। कोई दुनिया ते उहदी मां नहीं है, कोई दुनिया ते उहदा बाप नहीं है, ना तात है ना मात है, कुछ भी नहीं है। ना तात है ना मात है, कुछ भी नहीं है। वो अजूनी है, वो तो कदे जूना चाया ही नहीं। वो सह भंग है, सुते प्रकाश है, वो अपने आप तो पैदा होया है। वड्डी वडियाई जां आपे आप, अगली गल की है, वड्डी वडियाई जां पुछना दात। जो पुछ के देन लगदा ते मीरां दे घर बच्चे ज्यादा देने चाहिए सी, क्योंकि रिजक बहुत है। पर बच्चे थे झुग्गियां वालियां दे घरां च हुंदे ने जिथे खाण नूं कुछ नहीं, ना पाउण नूं कच्छी, ना पीण नूं दुध, ना खाण नूं रोटी, ते न्याणे ही न्याणे। जिथे कोठियां ने, जिथे बंगले ने, जिथे वड्डे वड्डे फार्म हाउस ने, उत्थे बच्चे घट ने। रब पुछ के नहीं दिंदा। इहदा अर्थ नहीं, मैं बेनती करा, इहदा अर्थ इदा ना लेना कि मीरां दे बच्चे घट होंदे ने, गरीबां दे ज्यादा होंदे ने, नहीं मैनूं माफ कर देना। पर मैं सिर्फ अर्थां दी गल विच तुहानूं कीती है कि चाहिदा ये सीगा कि जे रब पुछ के दिंदा ते पता कर लैंदा भी भाई वो कौन है जिहड़ा बच्चिआं नूं, जे मैं 5 देवां ते 5 फ्लैट बना दूंगा, 5 नूं पढ़ा दूंगा, मैं उन्होंने 5 बच्चे दे देना, जिहड़ा गारंटी लवे भी मैं पढ़ा दूंगा जी। वो कौन है जिहड़ा अपने बच्चों की परवरिश की जिम्मेवारी लवेगा, मैं वो घर 2 बच्चे वध पैदा कर देना। नहीं, वो पुछदा ही नहीं किसी ने, वो नहीं पुछदा। उसकी अपनी मर्जी है, उन्हें किनू की देना है, ये उसकी अपनी मर्जी है। वो अपनी मर्जी का मालिक है, जो हर लोड़े सो करे, सोई जी करान। जो वो चाहता है वो करता है, ते जो वो चाहता है सानू करना पैंदा है। ये चेता रखना, नक नथ खसम हाथ, किरत धक्के दे, जहां दाने तहां खाने, नानका सच है। साडे नक विच उहने नथ पाई हुई है। नक नथ, शायद नथ दे अर्थ तुहानूं आउंदे कि नहीं आउंदे। वो माइयां भैणां नक च को गहना पाउंदियां ने, ਉਹਨੂੰ नथ ਕਹਿੰਦੀਆਂ ਨੇ। नहीं भैणों, नथ ਦੇ ਕਿਸੇ ਬਲਦ ਨੂੰ ਪੁੱਛੋ ਕੀ ਹੁੰਦੀ ਹੈ, ਕਿਸੇ ਝੋਟੇ ਨੂੰ ਪੁੱਛੋ, ਕਿਸੇ ਖੇਤੀਬਾੜੀ ਕਰਨ ਵਾਲੇ ਨੂੰ, ਕਿਸੇ ਬੈਲ ਗੱਡੀ ਚਲਾਉਣ ਵਾਲੇ ਨੂੰ, ਉਹਨੂੰ ਪੁੱਛੋ ਨੱਥ ਕੀ ਹੁੰਦੀ ਹੈ। ਨੱਥ ਹੁੰਦੀ ਨੱਕ ਪਾੜ ਕੇ ਉਹਦੇ ਵਿੱਚੋਂ ਰੱਸੀ ਲੰਘਾਈ ਜਾਂਦੀ ਹੈ। ਸਤਿਗੁਰੂ ਕਹਿੰਦੇ ਬੰਦਿਆ ਤੇਰੇ ਨੱਕ ਚੋਂ ਰੱਬ ਨੇ ਰੱਸੀ ਟਪਾਈ ਹੋਈ ਹੈ। ਨੱਕ ਨੱਥ ਖਸਮ ਹੱਥ, ਤੇ ਉਹ ਨੱਕ ਵਾਲੀ ਰੱਸੀ ਦਾ ਸਿਰਾ ਕਿਹਦੇ ਕੋਲ ਹੈ? ਕਹਿੰਦੇ ਰੱਬ ਨੇ ਆਪਣੇ ਹੱਥ 'ਚ ਫੜਿਆ ਹੋਇਆ। ਤੇ ਕਿਰਤ ਧੱਕੇ ਦੇ, ਤੁਸੀਂ ਕਹਿੰਦੇ ਜੀ ਬੰਦਾ ਭੱਜਾ ਹੀ ਫਿਰਦਾ ਹੈ, ਜਿੰਨਾ ਮਰਜ਼ੀ ਭੱਜਾ ਫਿਰੇ, ਕੀ ਹੈ? ਇਹ ਕਿਰਤ ਦੇ ਧੱਕੇ ਨੇ। ਇੱਕ ਕੰਮ ਇੱਥੇ ਕਰੇਗਾ, ਦੂਜਾ ਉੱਥੇ ਜਾ ਕੇ ਕਰੇਗਾ, ਤੀਜਾ ਉੱਥੇ ਜਾ ਕੇ ਕਰੇਗਾ, ਚੌਥਾ ਉੱਥੇ ਜਾ ਕੇ ਕਰੇਗਾ। ਗੁਰੂ ਜੀ ਕਹਿੰਦੇ ਨਾ ਕਰ ਬਈ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਇੱਕ ਥਾਂ ਤੇ ਬਹਿ ਜਾ, ਕਿਉਂਕਿ ਤੈਨੂੰ ਨਹੀਂ ਸਮਝ ਆ ਰਹੀ ਕਿ ਤੂੰ ਭੱਜ ਕੇ ਕਰੇਗਾ, ਪਰ ਜਿਹਦੇ ਹੱਥ ਵਿੱਚ ਤੇਰੀ ਨੱਥ ਹੈ ਉਹ ਤੇਰਾ ਬੈਠੇ ਬੈਠਿਆਂ ਵੀ ਸਭ ਕੁਝ ਕਰ ਸਕਦਾ। ਜੋ ਹਰ ਲੋੜ ਹੈ ਸੋ ਕਰੇ,
सोई जी करन। किसी बंदे की हिम्मत है रब नूं कवे जी मैं इदां नहीं करदा? नहीं। वो जो चाहेगा असी करांगे और साडे तो कराएगा। वो परमात्मा जिहड़ा है वो अपने मते दा मालक है। और यह भी चेता रखना, अंत ना जापै क्या मन मंत। रब दे मन दे मंत्र दा पता किसी नूं नहीं जे। कि आपां नूं पता सी कि ये कोरोना दोबारा आएगा और अगे नालों ज्यादा खतरनाक आएगा? ना, जे पता हुंदा सी गलतियां करनियां ही नहीं सी। और पिछली वारी नालों ये बहुत पीड़ित है, ज्यादा दुखदाई है। पिछले साल पंजाब दे विच बंदे नहीं सी मरे, कोई 2 4 10 100 बंदा मर गया होएगा। मैं एक दिन पहला भी बेनती की, मेरे जिले च पिछले साल कोरोने का केस ही नहीं आया। तो अज मैं पढ़ रहा सी भी मेरे अपने जिले का डीसी बठिंडे दाखिल है, डीसी नूं कोरोना हो गया। नहीं तो पिछले साल पिंडा थावां नूं कोरोना नहीं गया, शायद उन्होंने पता नहीं रस्ता रुस्ता नहीं पता लगा, वो लॉकडाउन ज्यादा सी ना, वो किसी गड्डी ते चढ़ ही नहीं सकिया। ऐतकां ते वो पिंड पिंड पहुंच गया, पता नहीं उन्हें पासपोर्ट नवा बना लिया, कहते नवा वर्जन आया, कि ई पासपोर्ट ना हो कोले, हर घर पहुंच गया। अज हिंदुस्तान की कोई स्टेट नहीं बची, पिछले बारी बच गई सी, ऐतकां नहीं बचिया। रब दे मतियां दा सानू नहीं पता। वो परमात्मा कितना वड्डा है, इनू कहते हैं बाणी पढ़ना। बाणी पढ़न का अर्थ नहीं होंदा भी जो मेरा मन करे मैं पढ़ लवां। बाणी पढ़न का अर्थ है कि बाणी तुहानू दसदी है कि वो बेअंत है, वो बेपरवाह है, उन्होंने किसी की मुथाजी नहीं है, वो किसी तो डरदा नहीं। मत सोचना, वो निरभव है, चेता रखियो जे, बिल्कुल बेखौफ है। उस परमात्मा की ये वडियाई है, जो हर लोड़े सो करे सोई जी करन। जो प्रभ कीते अपने सोई कही है धन। जिन्होंने उन्हें अपना बना लिया वो धनता दे योग हो गए। तुसी आम करके सुनिया होएगा कि एक बंदा दूजे नूं पुछदा है, भाजी तुसी उहनूं जानदे हो? जे हुण कोई मैनूं ही पुछ ले भी राष्ट्रपति नूं जानदे हो, तो मैं कहूँगा जी मैं जानदा, पर बदकिस्मती भी वो मैनूं नहीं जानदा। वड्डे बंदे नूं सारी दुनिया ही जानदी हुंदी है। तुहाडे जिले का डीसी कौन है, SSP कौन है, तुहाडा मिनिस्टर कौन है, तुहाडा प्राइम मिनिस्टर कौन है, तुहाडा राष्ट्रपति कौन है, तुहाडा गवर्नर कौन है, सारी दुनिया जानती है। पर सवाल तो भी अगला भी तुहानूं जानदा है कि नहीं जानदा? रब नूं सारी दुनिया जानती है, पर सवाल तो भी रब ने अपना बनाउण वाले हो कोई ऐसा मिले जिन्हों रब ने अपना बनाया होवे। ते जिन्हों रब ने अपना बना लिया सोई कई है धन। जो प्रभ कीते अपने, जिहड़े रब दे अपने हो गए उन्होंने शाबाश है, वो धनता दे योग ने, उन्हां दी संसार विच महिमा है, वडियाई है। हाँ जी, आपन लिया जे मिलै विछड़ क्यों रोवन। जे अपने करन नाल रब मिलदा हुंदा ते किसी ने रब तो विछड़ के नहीं सी मरना। ये चेता रखना, रब अपनी इच्छा शक्ति नाल नहीं मिलदा, किसी अपने जोर ताकत नाल नहीं मिलदा, वो अचिंत मिलता है। जे आपां कहिए भी उन्होंने पैसे दे लालच, पैसे दे जोर नाल किसी होर किसी ज्ञान की किसी शक्ति नाल उन्होंने प्राप्त किया जा सकता है, नहीं भाई।
ਅਸਲ ਗੱਲ ਇਹ ਹੈ ਕਿ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਜਿਹੜੇ ਰੱਬ ਦੇ ਭਗਤ ਹੋ ਜਾਂਦੇ ਨੇ, ਜਿਹੜੇ ਉਹਦੇ ਆਪਣੇ ਹੋ ਜਾਂਦੇ ਨੇ, ਜਿਹੜੇ ਦਿਨ ਰਾਤ ਉਹਦੇ ਗੁਣ ਗਾਉਂਦੇ ਨੇ, ਉਹ ਉਹਨਾਂ ਦਾ ਹੈ। ਇਸ ਕਰਕੇ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਾਨਾ। ਫਿਰ ਦੁਨੀਆ ਰੱਬ ਤੋਂ ਵਿਛੜ ਕੇ ਕਿਉਂ ਮਰੇ ਭਾਈ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਪਰਮਾਤਮਾ ਤੂੰ ਤੇ ਬਹੁਤਾ ਦਾਨ ਦਿੱਤਿਆਂ ਵੀ ਵਸ ਵਿੱਚ ਨਹੀਂ ਆ ਸਕਦਾ। ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਤੇ ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਬਹੁਤੀ ਅਕਲ ਨਾਲ ਵੀ ਰੱਬ ਨਹੀਂ ਮਿਲਦਾ। ਚਤਰਾਈ ਨਾ ਚਤਰ ਭੁਜ ਪਾਈ ਹੈ। ਚਲਾਕੀਆਂ ਨਾਲ ਰੱਬ ਨਹੀਂ ਜੇ ਮਿਲਦਾ। ਇਸ ਕਰਕੇ ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। हे ਅਗੰਮ हे ਅਗੋਚਰ ਪ੍ਰਮਾਤਮਾ, ਸਾਰੀ ਦੁਨੀਆ ਤੇ ਤੇਰੇ ਵਸ ਵਿੱਚ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਜਿਹੜੇ ਤੇਰੇ ਸੂਤਰ ਵਿੱਚ ਬੱਧੇ ਨੇ, ਤੂੰ ਉਹਨਾਂ ਦੇ ਸੂਤਰ ਵਿੱਚ ਕਿਵੇਂ ਆ ਸਕਦਾ। ਉਹ ਤੇ ਤੇਰੇ ਆਗਿਆਕਾਰੀ ਨੇ, ਤੂੰ ਉਹਨਾਂ ਦਾ ਆਗਿਆਕਾਰੀ ਕਿਵੇਂ ਬਣ ਸਕਦਾ। ਤੁਮ ਤੇ ਹੋਏ ਸੋ ਆਗਿਆਕਾਰੀ। ਜੋ ਤੁਹਾਡੇ ਤੋਂ ਹੁੰਦਾ ਹੈ ਉਹੀ ਵਾਪਰਦਾ, ਉਹੀ ਦੁਨੀਆ ਦੇ ਵਿੱਚ ਵਰਤਦਾ। ਇਸ ਕਰਕੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਫਿਰ ਦੁਨੀਆ ਵਿਛੜ ਕੇ ਕਿਉਂ ਰੋਵੇ। ਹਾਂਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜਿਨ੍ਹਾਂ ਨੂੰ ਜੀਵਨ ਵਿੱਚ ਮਿਲ ਗਿਆ ਸਾਧੂ ਗੁਰੂ, ਉਹਨਾਂ ਨੇ ਰੱਬ ਦੀਆਂ ਮੌਜਾਂ ਮਾਣੀਆਂ, ਬਾਕੀ ਤੇ ਰੋਂਦੇ ਹੀ ਰਹੇ ਲੋਕ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ, ਡਿਫੈਂਸ ਕਲੋਨੀ ਇੱਕ ਪਰਿਵਾਰ, ਸ਼ਾਇਦ ਮੇਰੀ ਫੋਨ ਬੁੱਕ 'ਚ ਉਹਦਾ ਨਾਮ ਵੀ ਹੋਵੇ, ਐਡਰੈਸ ਵੀ ਹੋਵੇ। ਨਾ, ਐਡਰੈਸ ਤੇ ਨਹੀਂ ਹੋਏਗਾ, ਟੈਲੀਫੋਨ ਨੰਬਰ ਹੋਏਗਾ। ਉਹਨਾਂ ਨੇ ਸੇਵਾ ਵੀ ਭੇਜੀ ਪਿਛਲੇ ਸਾਲ। ਫੋਨ ਕੀਤਾ, ਕਹਿੰਦੇ ਗਿਆਨੀ ਜੀ ਸਾਡੇ ਲਈ ਤੇ ਕਰੋਨਾ ਬਹੁਤ ਵਧੀਆ ਆਇਆ। ਅਸੀਂ ਸਾਰਾ ਪਰਿਵਾਰ ਇਕੱਠੇ ਆ। ਸਵੇਰੇ ਬਾਬਾ ਜੀ ਦਾ ਘਰ ਪ੍ਰਕਾਸ਼ ਹੈ, ਇਕੱਠੇ ਸਵੇਰੇ ਪਾਠ ਕਰਦੇ ਆ, ਸ਼ਾਮ ਨੂੰ ਫਿਰ ਇਕੱਠੇ ਪਾਠ ਕਰਦੇ ਆ। ਸਾਰੇ ਪਰਿਵਾਰ ਦਾ ਸਹਿਜ ਪਾਠ ਚੱਲਦਾ ਰਹਿੰਦਾ ਹੈ, ਇਕੱਠੇ ਲੰਗਰ ਛਕਦੇ ਆ। ਉਹਨਾਂ ਦਾ ਭਾਵ ਇਹ ਸੀ ਵੀ ਪਤਾ ਨਹੀਂ ਮੁੜ ਕੇ ਜ਼ਿੰਦਗੀ 'ਚ ਇਹੋ ਜਿਹਾ ਟਾਈਮ ਮਿਲਣਾ ਕਿ ਨਹੀਂ ਮਿਲਣਾ। ਸ਼ਾਇਦ ਤੁਸੀਂ ਨੋਟ ਕੀਤਾ ਜਾਂ ਨਹੀਂ ਕੀਤਾ, ਕਈ ਜ਼ਿੰਦਗੀ ਦੇ ਖੁਸ਼ੀ ਦੇ ਵੇਲੇ ਵੀ ਨਹੀਂ ਇਕੱਠੇ ਹੋ ਸਕੇ। ਵਿਆਹ ਹੈ ਪਰ ਇੱਕ ਅੱਧਾ ਰਿਸ਼ਤੇਦਾਰ ਬਾਹਰ ਟੰਗਿਆ ਹੋਇਆ, ਉਹ ਆ ਹੀ ਨਹੀਂ ਸਕਿਆ। ਪੜ੍ਹਾਈ ਦੀ ਮਜਬੂਰੀ, ਵੀਜ਼ੇ ਦੀ ਮਜਬੂਰੀ, ਫਲਾਈਟ ਦੀ ਮਜਬੂਰੀ। ਲੋਕ ਵਿਆਹਾਂ ਸ਼ਾਦੀਆਂ ਤੇ ਪਰਿਵਾਰ ਇਕੱਠੇ ਨਹੀਂ ਹੋ ਸਕੇ। ਮਰ ਗਿਆ, ਸੰਸਕਾਰ ਤੇ ਨਹੀਂ ਇਕੱਠੇ ਹੋ ਸਕੇ, ਭੋਗ ਤੇ ਨਹੀਂ ਇਕੱਠੇ ਹੋ ਸਕੇ। ਅਸੀਂ ਇੰਨੇ ਖਿਲਰ ਗਏ, ਇੰਨੇ ਆਪਣੇ ਕੰਮ ਧੰਦੇ ਵਿੱਚ ਤੁਰ ਗਏ ਕਿ ਸਾਲੋਂ ਸਾਲ ਸਾਨੂੰ ਬਤੀਤ ਹੋ ਜਾਂਦੇ ਨੇ, ਅਸੀਂ ਇੱਕ ਦੂਜੇ ਨੂੰ ਮਿਲਦੇ ਹੀ ਨਹੀਂ। ਉਹ ਕਹਿੰਦਾ ਸ਼ੁਕਰ ਹੈ ਅਸੀਂ ਇਕੱਠੇ ਰਹਿੰਦੇ ਆ, ਇਕੱਠੇ ਉੱਠਦੇ ਬੈਠਦੇ ਆ। ਹੁਣ ਇਹ ਕੀ ਹੈ? ਇਹਦਾ ਅਰਥ ਇਹ ਤੇ ਨਹੀਂ ਵੀ ਕਰੋਨਾ ਆਇਆ ਤੇ ਬੜੀ ਚੰਗੀ ਗੱਲ ਹੋਈ ਨਾ, ਪਰ ਇਹਦਾ ਦੂਜਾ ਅਰਥ ਵੀ ਹੈ ਵੀ ਉਹ ਪਰਿਵਾਰ ਨੇ ਤੇ ਕਰੋਨਾ ਮੰਗਾਇਆ ਨਹੀਂ, ਵੀ ਉਹਨਾਂ ਨੇ ਚਾਈਨਾ ਵਾਲਿਆਂ ਨੂੰ ਕਿਹਾ ਹੋਵੇ ਵੀ ਥੋੜਾ ਜਿਹਾ ਭੇਜੋ ਜੀ, ਅਸੀਂ ਇਕੱਠੇ ਹੋ ਕੇ ਪਾਠ ਕਰਨਾ ਹੈ। ਕੀ ਹੈ ਤੇ ਕੁਦਰਤੀ ਆਪਦਾ ਹੈ ਤੇ ਕੁਦਰਤ ਦੀ ਕਰੋਪੀ ਹੈ। ਬੜੀ ਵੱਡੀ ਸਾੜ ਸਤੀ ਹੈ ਦੁਨੀਆ ਦੇ ਉੱਤੇ। ਪਰ ਹੁਣ ਇਸ ਸਾੜ ਸਤੀ ਨੂੰ ਰੋਕ ਕੇ ਵੀ ਕੱਟਿਆ ਜਾ ਸਕਦਾ ਹੈ। ਜਿਵੇਂ ਅੱਜ ਤੁਸੀਂ ਵੇਖਿਆ ਕਈ ਬੰਦੇ ਘਰੋਂ ਬਾਹਰ ਭੱਜੇ ਫਿਰਦੇ ਨੇ, ਘਰ 'ਚ ਸਾਹ ਨਹੀਂ ਆਉਂਦਾ। ਗੁਰਦੁਆਰੇ ਆਉਂਦੇ ਨੇ, ਕਹੋ ਮਾਸਕ ਲਾ ਲਓ, ਕਹਿੰਦੇ ਜੀ ਇੱਥੇ ਵੀ ਸਾਹ ਨਹੀਂ ਆਉਂਦਾ। ਹੁਣ ਦੱਸੋ ਉਹਨਾਂ ਨੂੰ ਜਦੋਂ ਕਰੋਨਾ ਹਟ ਗਿਆ ਸਾਹ ਉਦੋਂ ਵੀ ਨਹੀਂ ਆਉਣਾ, ਫਿਰ ਉਹਨਾਂ ਨੇ ਕਹਿਣਾ ਹੁਣ ਗਿਆਨੀ ਜੀ ਕੰਮ ਧੰਦਾ ਘਟ ਗਿਆ, ਸਾਹ ਫਿਰ ਨਹੀਂ ਆਉਣਾ। ਕਈ ਲੋਕ ਐਸੇ ਨੇ ਜਿਹੜੇ ਕਦੇ ਜ਼ਿੰਦਗੀ 'ਚ ਖੁਸ਼ ਸੰਤੁਸ਼ਟ ਹੋ ਹੀ ਨਹੀਂ ਸਕਦੇ। ਕੁਝ ਲੋਕ ਐਸੇ ਨੇ ਇਸ ਵਿਪਤਾ ਵਿੱਚ ਵੀ ਖੁਸ਼ ਨੇ ਵੀ ਚਲੋ ਘਰ ਪਰਿਵਾਰ ਇਕੱਠਾ ਬੈਠਾ ਹੈ,
ਆਪਸ ਵਿੱਚ ਅਸੀਂ ਗੱਲਾਂ ਕਰਦੇ ਹਾਂ, ਮਿਲਦੇ ਹਾਂ। ਜੇ ਅੱਜ ਤੋਂ ਤੁਸੀਂ 50-60 ਸਾਲ ਪਿੱਛੇ ਜਾਓਗੇ ਤੇ ਬੜੇ ਸਾਰੇ ਪਰਿਵਾਰਾਂ ਦੇ ਵਿੱਚ ਨੌਕਰੀ ਨਹੀਂ ਸੀ ਕਰਨ ਦਿੰਦੇ ਹੁੰਦੇ। ਕਹਿੰਦੇ ਬੱਚਾ ਬਾਹਰ ਜਾਏਗਾ, ਪੜ੍ਹਨ ਨਹੀਂ ਸੀ ਜਾਣ ਦਿੰਦੇ, ਕਹਿੰਦੇ ਦੂਰ ਚਲਾ ਜਾਏਗਾ। ਤੋ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਨੇ ਜੀਵਨ ਦਾ ਰੰਗ ਮਾਣਿਆ ਜੀ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਜ਼ਿੰਦਗੀ ਦਾ ਆਨੰਦ ਵੀ ਉਹਨਾਂ ਹੀ ਮਾਣਿਆ। ਜ਼ਿੰਦਗੀ ਉਹਦੀ ਜੇ ਜਿਹਨੂੰ ਨਸ਼ਾ ਕੋਈ ਨਹੀਂ ਹੈ। ਜ਼ਿੰਦਗੀ ਉਹਦੀ ਜੇ ਜਿਹਦੇ ਕੋਲੇ ਐਬ ਕੋਈ ਨਹੀਂ ਹੈ। ਜ਼ਿੰਦਗੀ ਉਹਦੀ ਹੈ ਜਿਹਦੇ ਜੀਵਨ ਵਿੱਚ ਕੋਈ ਸਾੜ ਸਤੀ ਨਹੀਂ ਹੈ। ਜੀਵਨ ਉਹਦਾ ਜਿਹਦੇ ਤੇ ਪੁਲਿਸ ਕੇਸ ਨਹੀਂ ਹੈ। ਜੀਵਨ ਉਹਦਾ ਜਿਹੜਾ ਕੋਰਟ ਕਚਹਿਰੀ ਦੇ ਧੱਕੇ ਨਹੀਂ ਖਾਂਦਾ। ਜੀਵਨ ਉਹਦਾ ਹੈ ਜਿਹਨੂੰ ਹਸਪੀਟਲਾਂ ਦੇ ਵਿੱਚ ਫਾਈਲਾਂ ਚੁੱਕ ਕੇ ਨਹੀਂ ਤੁਰਨਾ ਪੈਂਦਾ। ਜੀਵਨ ਉਹਦਾ ਹੈ ਜਿਹਨੂੰ ਰੋਟੀ ਰੋਜੀ ਦੀ ਖਾਤਰ ਦਰ ਤੇ ਜਾ ਕੇ ਭਿੱਖਿਆ ਨਹੀਂ ਮੰਗਣੀ ਪੈਂਦੀ। ਜੀਵਨ ਉਹਦਾ ਹੈ ਜਿਹਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਦਾ। ਬੜੇ ਲੋਕ ਐਸੇ ਨੇ। ਗੁਰੂ ਮਿਲ ਗਿਆ, ਜੇ ਨਹੀਂ ਹੈਗਾ ਤੇ ਥੋੜੇ ਵਿੱਚ ਸਬਰ ਕਰ ਲਿਆ, ਜੇ ਵੱਧ ਹੈਗਾ ਤੇ ਵੰਡ ਕੇ ਛਕਿਆ। ਮੈਂ ਹਰ ਉੱਥੇ ਜਾਣਾ ਹੁੰਦਾ ਹੈਦਰਾਬਾਦ, ਤੇ ਦੱਸਦੇ ਨੇ ਕਹਿੰਦੇ ਸਾਡੇ ਬਜ਼ੁਰਗ ਸਾਲੋਂ ਸਾਲ ਜ਼ਿੰਦਗੀ ਕੱਢ ਦਿੱਤੀ। ਕਰਨਾ ਕੀ ਹੈ? ਸਵੇਰੇ ਰੋਟੀ ਖਾਧੀ ਘਰੋਂ ਤੇ ਜਿਹੜੀ ਵੱਡੀ ਸੜਕ ਜਾਂਦੀ ਉੱਥੇ ਘੜੇ ਪਾਣੀ ਦੇ ਰੱਖ ਲੈ, ਸਰਦੀ ਹੋਵੇ ਗਰਮੀ ਹੋਵੇ ਪਾਣੀ ਪਿਆਉਣਾ ਬਸ। ਸਾਰੀ ਉਮਰ ਹੀ ਇਸੇ ਕੰਮ ਤੇ ਕੱਢਤੀ। ਜਿਹੜਾ ਆਵੇ ਉਹਨੂੰ ਪਾਣੀ ਪਿਆਉਣਾ ਹੈ, ਨਾ ਕਿਸੇ ਦੀ ਜਾਤ ਪੁੱਛਣੀ, ਨਾ ਕਿਸੇ ਦਾ ਧਰਮ ਪੁੱਛਣਾ ਹੈ। ਹੁਣ ਤੁਸੀਂ ਐਸੇ ਬੰਦੇ ਬਾਰੇ ਕੀ ਕਹੋਗੇ? ਜ਼ਿੰਦਗੀ ਉਸਨੇ ਮਾਣੀ ਹੈ। ਸਾਡੀ ਕਿਹੜੀ ਜ਼ਿੰਦਗੀ ਹੈ? ਮਿੰਟ ਹੱਸਦੇ ਆ, ਮਿੰਟ ਕੁ ਮੁੜ ਕੇ ਰੋਣ ਲੱਗ ਜਾਂਦੇ ਅਸੀਂ। ਕਦੇ ਆਪਣੀ ਜ਼ਿੰਦਗੀ ਨੂੰ ਵੇਖਿਓ, ਸਟੇਬਲ ਹੈਗੀ ਹੈ ਨਾ? ਪੂਰੇ 24 ਘੰਟਿਆਂ 'ਚ ਨੋਟ ਕਰਿਓ ਕਿ ਖੁਸ਼ੀ ਦੇ ਮੂਮੈਂਟ ਕਿੰਨੇ ਕੁ ਆਏ ਤੁਹਾਡੀ ਜ਼ਿੰਦਗੀ 'ਚ ਅੱਜ। 2-4 ਵਾਰੀ ਤੁਸੀਂ ਹੱਸੇ ਹੋਵੋਗੇ, ਨਹੀਂ ਤੇ ਅਮੂਮਨ ਕੀ ਹੈ, ਬਸ ਕੋਈ ਨਾ ਕੋਈ ਚੇਤੇ ਆ ਜਾਂਦੀ ਹੈ ਗੱਲ ਤੇ ਉਹ ਟਾਈਮ ਸੋਚਾਂ ਵਿੱਚ ਹੀ ਲੰਘ ਜਾਂਦਾ, ਚਿੰਤਾਵਾਂ ਵਿੱਚ ਹੀ ਲੰਘ ਜਾਂਦਾ। ਤੇ ਗੁਰੂ ਮਿਲ ਗਿਆ ਤੇ ਫਿਰ ਗੁਰੂ ਨੇ ਕੀ ਕਿਹਾ? ਗੁਰੂ ਕਹਿੰਦੇ ਨਾਨਕ ਚਿੰਤਾ ਮਤ ਕਰੋ। ਕੰਮ ਕਰੋ, ਚਿੰਤਾ ਨਹੀਂ ਕਰੋ। ਚਿੰਤਾ ਤਿਸ ਹੀ ਹੈ। ਕਿਰਤ ਕਰੋ, ਮਿਹਨਤ ਕਰੋ, ਮਸ਼ੱਕਤ ਕਰੋ, ਚਿੰਤਾ ਨਹੀਂ ਕਰੋ। ਚੇਤੇ ਕਰੋ, ਜੇ ਕਰ ਸਕਦੇ ਹੋ ਤੇ ਚੇਤੇ ਕਰੋ, ਰੱਬ ਨੂੰ ਚੇਤੇ ਕਰੋ, ਚਿੰਤਾ ਨਹੀਂ ਕਰੋ। ਇਹ ਗੁਰੂ ਮਿਲੇਗਾ ਤੇ ਰੰਗ ਮਾਣਾਂਗੇ, ਨਹੀਂ ਤੇ ਇਹ ਰੰਗ ਪ੍ਰਾਪਤ ਨਹੀਂ ਹੋਣਗੇ। ਉਹ ਵੀ ਲੋਕ ਹੈਗੇ ਨੇ ਜਿਹੜੇ ਦੁੱਖ ਵਿੱਚ ਵੀ ਸੁਖੀ ਰਹਿ ਸਕਦੇ ਨੇ। ਇੱਕ ਅਸੀਂ ਆ, ਕਦੇ ਸੁੱਖ ਵਿੱਚ ਵੀ ਸੁਖੀ ਨਹੀਂ ਰਹੇ। ਸਭ ਕੁਝ ਹੈਗਾ ਘਰ 'ਚ, ਫੇਰ ਹੋਈ ਜਾਂਦੇ ਆ। ਸਾਰਿਆਂ ਦੇ ਘਰਾਂ 'ਚ ਇਹ ਤੇ ਨਹੀਂ ਵੀ ਰੋਟੀ ਨਹੀਂ ਪੱਕਦੀ ਹੈ। ਇਹ ਵੀ ਨਹੀਂ ਵੀ ਸਾਰਿਆਂ ਦੇ ਘਰਾਂ 'ਚ ਬੱਚੇ ਨਹੀਂ ਹੈਗੇ, ਬੱਚੇ ਵੀ ਹੈਗੇ ਨੇ, ਪਰ ਫੇਰ ਹੋਈ ਜਾਂਦੇ ਆ। ਐਸੇ ਬੰਦੇ ਦਾ ਕੋਈ ਇਲਾਜ ਨਹੀਂ ਹੈਗਾ। ਇਹ ਤਾਂ ਕਿਤੇ ਗੁਰੂ ਮਿਲੇਗਾ ਤੇ ਉਹਨੂੰ ਇਸ ਵਿੱਚੋਂ ਮੰਝ ਧਾਰ ਚੋਂ ਬਾਹਰ ਕੱਢੇਗਾ। ਇਹ ਤਾਂ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਹਾਂਜੀ, ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਾਨਾ। ਪਰ ਇਹ ਹੋਵੇਗਾ ਕਿਵੇਂ? ਕਹਿੰਦੇ ਜਿਹਦੇ ਮਸਤਕ ਦੇ ਭਾਗ ਹੋਣਗੇ, ਉਹਦੇ ਵਾਸਤੇ ਜੇਠ ਦਾ ਮਹੀਨਾ ਰੰਗੀਲਾ ਹੋਵੇਗਾ, ਖੁਸ਼ੀਆਂ ਭਰਿਆ, ਖੇੜਿਆਂ ਭਰਿਆ, ਆਨੰਦ ਭਰਿਆ। ਨਹੀਂ ਤੇ ਕਈ ਤੇ 2 ਮਹੀਨਿਆਂ ਦੇ ਸੋਚੀ ਜਾਂਦੇ ਨੇ, ਅੱਗੋਂ ਜੇਠ ਆ ਜਾਏਗਾ, ਗਰਮੀ ਆ ਜਾਏਗੀ, ਮੱਖੀਆਂ ਮੱਛਰ, ਬਿਜਲੀ ਦੇ ਕੱਟ ਲੱਗਣਗੇ। ਉਹ 2 ਮਹੀਨਿਆਂ ਤੋਂ ਰੋਈ ਜਾਂਦੇ ਨੇ। ਉਹਨਾਂ ਨੂੰ 2 ਮਹੀਨੇ ਹੋ ਗਏ ਨੇ, ਇਸੇ ਸਾੜ ਸਤੀ ਜੀ ਟਾਈਮ ਚੱਲ ਰਿਹਾ। ਅੱਗੋਂ ਜੇਠ ਆ ਜਾਏਗਾ ਤੇ ਕਈ ਉਡੀਕਦੇ ਫਿਰਦੇ ਨੇ ਵੀ ਜੇਠ ਆਏਗਾ,
ਗਰਮੀ ਦੇ ਦਿਨ ਆਉਣਗੇ, ਛੁੱਟੀਆਂ ਆਉਣਗੀਆਂ, ਨਿਆਣਿਆਂ ਨੂੰ ਪੁੱਛੋਗਾ ਉਹ ਤਾਂ ਫੱਟੀਆਂ ਘਮਾਉਂਦੇ ਫਿਰਦੇ ਵੀ ਨਾਨਕੇ ਪਿੰਡ ਜਾਵਾਂਗੇ। ਹੁਣ ਇਹ ਵੱਖਰੀ ਗੱਲ ਹੈ ਵੀ ਅੱਜ ਕਰੋਨਾ ਹੈ, ਅਗਰ ਕਰੋਨਾ ਨਾ ਹੁੰਦਾ ਤੇ ਆਹ ਦਿਨ ਤੇ ਬੱਚਿਆਂ ਨੂੰ ਪੁੱਛ ਕੇ ਵੇਖੋ ਖਾ, ਸਭ ਤੋਂ ਵਧੀਆ ਦਿਨ ਹੀ ਉਹਨਾਂ ਲਈ ਇਹ ਹੁੰਦੇ ਨੇ। ਉਹ ਕਿਤੇ ਘੁੰਮਣ ਜਾਵਾਂਗੇ, ਕਿਤੇ ਟੂਰ ਤੇ ਜਾਵਾਂਗੇ, ਕੋਈ ਟ੍ਰਿਪ ਬਣਾਵਾਂਗੇ, ਕਿ ਮਾਂ ਪਿਓ ਨੂੰ ਕਵਾਂਗੇ ਆਊਟਿੰਗ ਹੋਏਗੀ। ਇਹ ਤਾਂ ਜੀਵਨ ਦੀ ਇੱਕ ਅਵਸਥਾ ਹੈ। ਗੁਰੂ ਮਿਲ ਜਾਏ ਤੇ ਗੁਰੂ ਜੀਵਨ ਜਾਚ ਦੱਸਦਾ ਹੈ, ਜੀਵਨ ਜਾਚ ਮਿਲ ਜਾਏ ਤੇ ਹਰ ਵਕਤ, ਹਰ ਘੜੀ, ਹਰ ਸਮਾਂ ਤੁਹਾਡੇ ਲਈ ਸੁਹਾਵਣਾ ਹੋ ਸਕਦਾ। ਹਰ ਘੜੀ ਰੱਬ ਦੀ ਰਜ਼ਾ ਵਿੱਚ ਤੁਸੀਂ ਰਾਜੀ ਰਹਿ ਸਕਦੇ ਹੋ। ਪਰ ਇਹ ਤਾਂ ਹੋਏਗਾ ਜੇ ਮਸਤਕ ਦੇ ਭਾਗ ਹੋਣਗੇ। ਮਸਤਕ ਦੇ ਭਾਗ ਹੋਏ ਤਾਂ ਫਿਰ ਗੁਰੂ ਮਿਲੇਗਾ। ਨਗੁਰੇ ਨਹੀਂ ਹੋਵੋਗੇ ਤੁਸੀਂ, ਗਿਆਨ ਦਾ ਦਾਤਾ ਤੁਹਾਡੇ ਨਾਲ ਹੋਏਗਾ। ਇੰਨੇ ਸ਼ਬਦ ਪ੍ਰਵਾਨ ਕਰਨਾ। ਸਤਿਗੁਰੂ ਕਿਰਪਾ ਕਰਨ। ਅੱਜ ਜੇਠ ਦਾ ਮਹੀਨਾ ਆਰੰਭ ਹੋਇਆ, ਸਾਰਿਆਂ ਦੇ ਪਰਿਵਾਰਾਂ ਵਿੱਚ, ਕਾਰੋਬਾਰਾਂ ਵਿੱਚ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਇਸ ਕਰੋਨੇ ਦੀ ਮਹਾਮਾਰੀ ਤੋਂ ਇਸ ਮਹੀਨੇ ਸਾਨੂੰ ਨਿਜਾਤ ਮਿਲੇ, ਅਸੀਂ ਵੀ ਖੁੱਲੀ ਹਵਾ ਵਿੱਚ ਸਾਹ ਲੈ ਸਕੀਏ, ਕੰਮ ਧੰਦੇ ਫਿਰ ਸ਼ੁਰੂ ਹੋਣ, ਸੰਸਾਰ ਦੇ ਹਾਲਾਤ ਆਮ ਵਰਗੇ ਬਣਨ। ਇਹ ਗੁਰੂ ਦੇ ਚਰਨਾਂ ਵਿੱਚ ਆਪਾਂ ਸਾਰੇ ਅਰਦਾਸ ਕਰੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।